ਐਵੀ ਭਾਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਬੜੀ ਪਿਆਰ ਬੜੀ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਯੂਕੇ ਦੇ ਵਿੱਚ। ਮਿਹਰਬਾਨੀ। ਔਰ ਅੱਜ ਆ ਮੈਕਸੀਕੋ ਚੱਲੇ ਤੁਹਾਡੀ ਨਵੀਂ ਫਿਲਮ ਜੋ ਆਏ ਉਹਦੇ ਟੂਰ ਤੇ ਤੁਸੀਂ ਆਏ ਹੋ, ਸੋ ਸਾਨੂੰ ਥੋੜਾ ਜਿਹਾ ਦੱਸੋ ਕਿ ਟ੍ਰੇਲਰ ਦੇ ਵਿੱਚ ਤਾਂ ਅਮਰੀਕਾ ਪਹੁੰਚਣਾ ਚਾਹੁੰਦੇ ਕਿ ਮੈਕਸੀਕੋ ਦੇ ਵਿੱਚ ਕਾਹਤੋਂ ਸਟਾਪ ਲਾਤੇ ਜਾ ਕੇ? ਭਾਜੀ ਬਸ ਮੈਕਸੀਕੋ ਜਦੋਂ ਬੰਦਾ ਪਹੁੰਚ ਜਾਂਦਾ ਉੱਥੋਂ ਤੱਕ ਦਾ ਹੀ ਸਫ਼ਰ ਹੈ ਜਿਹੜਾ ਮੁਸ਼ਕਿਲ ਹੈ। ਉਦੋਂ ਮੁੜ ਕੇ ਕੰਧ ਹੀ ਟੱਪਣੀ ਹੁੰਦੀ ਹੈ, ਕੋਈ ਜ਼ਿਆਦਾ ਮਤਲਬ ਮੁਸ਼ਕਿਲ ਕੰਮ ਨਹੀਂ ਹੁੰਦਾ। ਕੰਧ ਟੱਪਣੀ ਆ, ਪਰਲੇ ਪਾਸੇ ਪੁਲਿਸ ਨੂੰ ਲੈਣ ਫੜ ਕੇ ਫਿਰ ਬੌਂਡ ਭਰਾ ਕੇ ਛੱਡ ਦੇਣਾ। ਅੱਛਾ। ਤੇ ਬਾਕੀ ਜਿਹੜਾ ਮੈਕਸੀਕੋ ਤੱਕ ਦਾ ਸਫ਼ਰ ਹੁੰਦਾ ਉਹ 'ਚ ਬੜੇ ਉਤਰਾਅ ਚੜਾਅ ਆਉਂਦੇ ਆ। ਉਹਦੇ 'ਚ ਕਈ ਰੰਗਾਂ ਦੇ ਸਫ਼ਰ ਨੇ, ਮਤਲਬ ਪੈਦਲ ਵੀ ਜਾਣਾ ਪੈਂਦਾ, ਗੱਡੀਆਂ 'ਤੇ ਵੀ ਜਾਣਾ ਪੈਂਦਾ। ਗੱਡੀਆਂ 'ਚ ਲੋਕ ਕੇ ਰੈਫਰੀਜਰੇਟਰਸ, ਟ੍ਰੇਨਸ ਤੇ ਨਦੀਆਂ ਦੇ ਵਿੱਚ ਦੀ ਵੀ, ਪਾਣੀ ਵਿੱਚ ਦੀ ਲਾ ਲਓ, ਬੋਟਸ ਤੇ ਜਿਹੜੀਆਂ ਉਹ ਲੱਕੜ ਦੀਆਂ ਬੋਟਸ ਹੁੰਦੀਆਂ ਜੀ ਜੀ, ਤੇ ਦੂਜੀਆਂ ਵੀ ਮਤਲਬ ਠੀਕ ਠਾਕ ਵੀ ਹੁੰਦੀਆਂ ਨੇ, ਜਦੋਂ ਠੀਕ ਠਾਕ ਜਿਹੇ ਪੈਸੇ ਦਿੱਤੇ, ਜਿਹੜੀਆਂ ਹਵਾ ਵਾਲੀਆਂ ਹੁੰਦੀਆਂ 12-15 ਜਣੇ ਬਹਿ ਜਾਂਦੇ। ਤੇ ਜਿਹੜੀ ਤੁਸੀਂ ਟ੍ਰੇਲਰ 'ਚ ਦੇਖੀ ਹੋਣੀ ਆਪਣੀ ਫਿਲਮ ਦੇ ਐਂਡ ਘੋੜਿਆਂ ਤੇ ਵੀ ਹੁੰਦਾ, ਸ਼ਾਇਦ ਤੁਸੀਂ ਇੰਟਰਸ ਦੇ ਵਿੱਚੋਂ ਘੋੜਿਆਂ ਤੇ ਵੀ ਸਫ਼ਰ ਕਰਦੇ ਆ। ਅੱਛਾ। ਤੇ ਕਿਉਂਕਿ ਜੰਗਲ ਹੈ, ਖਤਰਨਾਕ ਹੈ ਭਾਜੀ, ਜਿਵੇਂ ਮਤਲਬ ਕੀੜੇ ਮਕੌੜੇ, ਸੱਪ, 100 ਚੀਜ਼ਾਂ ਜੰਗਲ ਦੇ ਵਿੱਚ ਤਾਂ ਮਤਲਬ ਕੁਦਰਤ ਦਾ ਅਕਾਲ ਪੁਰਖ ਦੀ ਖੈਰ। ਤੇ ਉਹ ਰੰਗ ਹੁੰਦੇ ਨੇ, ਉਹ ਤੁਹਾਨੂੰ ਫਿਲਮ ਦੇ ਵਿੱਚ ਜਿਹੜੇ ਵੇਖਣ ਨੂੰ ਮਿਲਦੇ ਨੇ। ਮੈਕਸੀਕੋ ਪਹੁੰਚਣ ਤੱਕ ਦੀ ਜਿਹੜੀ ਦਿੱਕਤ ਹੈ ਉਹ ਮੇਜਰ ਹੁੰਦੀ ਹੈ। ਤੇ ਉਦੋਂ ਅੱਗੇ ਤੱਕ ਤੁਸੀਂ ਬੱਸ ਤੇ ਚੜ੍ਹ ਜਾਓ, ਮੈਕਸੀਕੋ ਐਂਟਰ ਕਰੇ ਬੱਸ ਤੇ ਚੜ੍ਹ ਕੇ ਦੂਜੇ ਬਾਰਡਰ ਤੇ ਚਲ ਜਾਓ, ਉਹ ਤੇ ਕੋਈ ਐਸਾ ਚੀਜ਼ ਹੀ ਨਹੀਂ ਹੈਗਾ। ਤੁਸੀਂ ਬੜਾ ਆਸਾਨ ਜੀ ਬਣਾਈ ਜਾਂਦੀ ਗੱਲ, ਜਿਹੜਾ ਕਿ ਇੱਕ ਸਬਜੈਕਟ ਬੜਾ ਸੀਰੀਅਸ ਸਬਜੈਕਟ ਹੈ ਇਹ, ਜਿਹੜੇ ਕਿ ਸਾਡੇ ਪੰਜਾਬ ਦੀ ਜਵਾਨੀ, ਕਿਉਂਕਿ ਹੁਣ ਵੀ ਇਲੈਕਸ਼ਨਸ ਵੀ ਹੋ ਰਹੇ ਕਿ ਬਾਹਰ ਨੂੰ ਕਿਉਂ ਭੱਜ ਰਹੇ ਨੇ, ਅਮਰੀਕਾ ਵੱਲ ਨੂੰ ਜਾਂ ਕੈਨੇਡਾ ਵੱਲ ਨੂੰ। ਤੇ ਜਿੱਦਾਂ ਤੁਸੀਂ ਕਿਹਾ ਕਿ ਐਕਚੁਅਲੀ ਜਿਹੜੀ ਜਰਨੀ ਹੈ, ਜਿਹੜਾ ਸਫ਼ਰ ਆ, ਐਕਚੁਅਲੀ ਬੜਾ ਖਤਰਨਾਕ ਸਫ਼ਰ ਹੈ। ਭਾਵੇਂ ਤੁਹਾਡੀ ਫਿਲਮ ਦੇ ਵਿੱਚ ਤੁਸੀਂ ਮਖੌਲ ਵੀ ਕਰਦੇ ਹੋਵੋਗੇ, ਪਰ ਜਿਹੜਾ ਐਕਚੁਅਲੀ ਮੈਸੇਜ ਇਹਦੇ ਵਿੱਚ ਦਿੱਤਾ ਜਾਂਦਾ ਉਹ ਬਹੁਤ ਜ਼ਰੂਰੀ ਆ, ਕਿ ਬੜਾ ਹੀ ਗੰਭੀਰ ਮੈਸੇਜ ਆ, ਬੜਾ ਸੀਰੀਅਸ ਮੈਸੇਜ ਆ। ਹਰੇਕ ਇਨਸਾਨ ਆਪਣੀ ਤਰੱਕੀ ਤਾਂ ਕਰਨੀ ਚਾਹੁੰਦਾ, ਪਰ ਕਿਹੜੇ ਕੋਸਟ ਤੇ, ਜਾਣ ਕੇ ਜਾਨ ਦੇ ਕੋਸਟ ਤੇ। ਦੇਖੋ ਮੈਂ ਤੁਹਾਨੂੰ ਜਿਵੇਂ ਪਿਛਲੀ ਵੀ ਗੱਲ ਕਹੀ ਨਾ ਵੀ ਇਹਦੇ 'ਚ ਕਈ ਰੰਗਾਂ ਦੇ ਸਫ਼ਰ ਨੇ। ਜਦੋਂ ਤੁਸੀਂ ਬੱਸ 'ਚ ਵੀ ਬੈਠੇ ਜਾਂਦੇ ਹੋ ਜਾਂ ਤੁਸੀਂ ਇੱਕ ਸਰਟਨ ਲੈਵਲ ਤੇ ਡੌਂਕਰ ਤੁਹਾਡੇ ਅੱਗੇ ਲੱਗੇ, ਤੁਸੀਂ ਉਹਨਾਂ ਦੇ ਮਗਰ ਵੀ ਤੁਰੇ ਜਾਂਦੇ ਹੋ ਨਾ, ਤੇ ਉੱਥੇ ਮਖੌਲ ਆਪਣੇ ਲੋਕ ਵੈਸੇ ਵੀ ਕਰਦੇ ਆ ਜੀ। ਜਦੋਂ ਤੁਸੀਂ ਇਕੱਲੇ ਹੁੰਦੇ ਹੋ ਨਾ, ਤੁਹਾਨੂੰ ਨਹੀਂ ਸਮਝ, ਤੁਹਾਨੂੰ ਪਤਾ ਨਹੀਂ ਰਾਹ ਇੱਧਰ ਨੂੰ ਜਾਣਾ ਕਿ ਇੱਧਰ ਨੂੰ ਜਾਣਾ, ਉੱਥੇ ਪ੍ਰੋਬਲਮ ਹੈ। ਤੇ ਜਦੋਂ ਤੁਹਾਨੂੰ ਕੋਈ ਦੱਸਣ ਵਾਲਾ ਨਹੀਂਗਾ, ਜਿਹੜੇ ਡੌਂਕਰ ਨੇ ਯੂਜ਼ ਟੂ ਹੈ, ਉਹਨਾਂ ਨੂੰ ਪਤਾ ਵੀ ਐਨੂੰ ਜਾਣਾ, ਐਨੂੰ ਜਾਣਾ, ਐਨੂੰ ਜਾਣਾ, ਉਦੋਂ ਤੁਸੀਂ ਫਿਰ ਵੀ ਇੱਕ ਵਾਰੀ ਹੌਸਲੇ ਜਿਹੇ ਚਾਹੁੰਦੇ ਹੋ। ਜਦੋਂ ਤੁਹਾਨੂੰ ਡੌਂਕਰ ਤੁਹਾਡਾ ਕਿਹੜਾ ਛੱਡਦਾ, ਪ੍ਰੋਬਲਮਾਂ ਵੱਧਦੀਆਂ ਉਦੋਂ ਨੇ। ਸੋ ਇਹ 'ਚ ਸਾਰੇ ਰੰਗ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ। ਇਹਦੇ 'ਚ ਵੀ ਤੁਸੀਂ ਕਿਹਾ ਵੀ ਆਪਾਂ ਬੜੀ ਸੌਖੀ ਜਿਹੀ ਗੱਲ ਕਹਿਤੀ, ਬਟ ਉਹ ਤੇ ਭਾਜੀ ਵੇਖੋ ਅਸੀਂ ਐਡਾ ਸਬਜੈਕਟ ਆਪਣੇ ਮੁੱਢਿਆਂ ਤੇ ਚੱਕੀ ਖੜੇ ਹਾਂ, ਸਾਡੇ ਲਈ ਤਾਂ ਬੜਾ ਔਖਾ ਸੀ। ਤੇ ਕਿਉਂਕਿ ਜਿਵੇਂ ਪਿਛਲੇ ਇੰਟਰਵਿਊ 'ਚ ਮੈਂ ਗੱਲ ਕੀਤੀ, ਕਾਮੇਡੀ ਫਿਲਮ ਬਣਾਉਣੀ ਕੋਈ ਬਹੁਤਾ ਜ਼ਿਆਦਾ ਵੱਡਾ ਟਾਸਕ ਨਹੀਂ ਹੁੰਦਾ ਭਾਜੀ। ਮੇਕਰਸ ਲਈ ਮਤਲਬ ਸਾਰਿਆਂ ਲਈ ਸੇਮ, ਮੈਂ ਨਹੀਂ ਕਹਿੰਦਾ ਮੇਰੇ ਲਈ ਈਜ਼ੀ ਹੋਊਗਾ, ਹਰ ਬੰਦੇ ਲਈ ਮਤਲਬ ਉਹ ਸੇਮ ਹੀ ਚੀਜ਼ ਰਹਿੰਦੀ ਹੋਊਗੀ। ਕਾਮੇਡੀ ਫਿਲਮ ਬਣਾਉਣੀ ਈਜ਼ੀ ਰਹਿੰਦੀ ਹੈ। ਫਿਲਮ ਚੰਗੀ ਫਿਲਮ ਬਣਾਉਣੀ ਵਿਦ ਗੁੱਡ ਮੈਸੇਜ ਉਹ ਬਹੁਤ ਜ਼ਿਆਦਾ ਵੱਡੀ ਚੀਜ਼ ਹੁੰਦੀ ਹੈ। ਜਿੱਦਾਂ ਅਰਦਾਸ ਫਿਲਮ ਬਣਾਈ ਜੀ, ਮਤਲਬ ਜਾਂ ਲਵ ਪੰਜਾਬ ਫਿਲਮ ਲਾ ਲਓ, ਉਹ ਵੱਡੇ ਮੈਸੇਜ ਨੇ ਉਹਨਾਂ ਫਿਲਮਾਂ ਦੇ ਵਿੱਚ। ਸੋ ਉਹ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਇਹ ਚੀਜ਼ਾਂ ਐਪਰੀਸ਼ੀਏਟ ਕਰਨੀਆਂ। ਸੋ ਆਈ ਜਸਟ ਵਾਂਟ ਟੂ ਡੂ ਦੈਟ ਕਾਈਂਡ ਆਫ ਸਿਨੇਮਾ ਜੀ, ਲਿਟਲ ਬਿਟ। ਸਾਰਾ ਨਹੀਂ ਬਣਾ ਸਕਦਾ ਮੈਂ ਇਦਾਂ ਦਾ। ਐਂਟਰਟੇਨ ਇੱਕ ਵੀ ਹੁੰਦੀ ਇੱਕ ਚੀਜ਼, ਐਂਟਰਟੇਨਮੈਂਟ ਜਿਹੜਾ ਵਰਡ ਆ ਉਹ ਵੀ ਮਤਲਬ ਜਿਹੜੀ ਅੱਗੇ ਫਿਲਮਾਂ ਆਉਣਗੀਆਂ, ਜਿਹੜੀ ਪਿੱਛੇ ਵੀ ਆਈਆਂ ਨੇ, ਲਾਈਕ ਤੁਸੀਂ ਨਿੱਕਾ ਜਿਹਾ ਸੀਰੀਜ਼ ਲਾ ਲਓ, ਕਿਸਮਤ ਲਾ ਲਓ, ਤੇ ਬਟ ਮੈਨੂੰ ਹੁੰਦਾ ਵੀ ਇਦਾਂ ਦੀਆਂ ਚੀਜ਼ਾਂ ਵੀ ਮੈਂ ਕਰਾਂ। ਸੋ ਤੁਹਾਡੇ ਕਹਿਣ ਤੋਂ ਮਤਲਬ ਜਾਣ ਕਿ ਇਟਸ ਐਂਟਰਟੇਨ ਐਂਡ ਐਜੂਕੇਟ। ਯੈਸ, ਕਿਉਂਕਿ ਇੱਕ ਆਰਟਿਸਟ ਦਾ ਫਰਜ਼ ਬਣਦਾ ਕਿ ਅਗਰ ਤੁਸੀਂ ਕਿਸੇ ਮਾਈਕ ਦੇ ਪਿੱਛੇ ਬੈਠੇ ਹੋ ਜਾਂ ਕਿਸੇ ਕੈਮਰੇ ਦੇ ਪਿੱਛੇ ਬੈਠੇ ਹੋ, ਕਿ ਐਂਟਰਟੇਨ, ਪਰ ਉਸ ਦੇ ਨਾਲ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਹੈ। ਮੈਸੇਜ ਚੰਗਾ ਇੱਕ ਮਿਲ ਜਾਵੇ, ਕਿਸੇ ਦੀ ਜਾਨ ਬਚ ਜੇ, ਕੋਈ ਚੰਗਾ ਮਤਲਬ ਮਿਸਗਾਈਡ ਨਾ ਹੋਵੇ, ਕਿਉਂਕਿ ਏਜੰਟਸ ਨੇ ਜਿਹੜੇ ਮਿਸਗਾਈਡ ਬਹੁਤ ਕਰਦੇ ਨੇ। ਸੋ ਕਿਉਂਕਿ ਦੇਖੋ ਖਰਚਾ ਸੇਮ ਹੀ ਹੁੰਦਾ, ਆਈਲੈਟਸ ਕਰਨ ਤੇ ਵੀ ਸੇਮ ਖਰਚਾ ਲੱਗਣਾ ਹੈ, ਤੇ ਆ ਡੌਂਕੀ ਲਾਉਣ ਤੇ ਇਲੀਗਲ ਵੇ ਦੇ ਵਿੱਚ ਬਾਹਰ ਜਾਣ ਤੇ ਵੀ ਸੇਮ ਖਰਚਾ ਲੱਗਣਾ। ਇਨਫੈਕਟ ਇਹਦੇ 'ਚ ਜ਼ਿਆਦਾ ਲੱਗਦਾ। ਸੋ ਕਿਉਂ ਆਪਾਂ ਬਸ ਸਿਰਫ ਇਹੀ ਕਹਿਣਾ ਨਾ ਵੀ ਬਾਹਰ ਜ਼ਿਆਦਾ ਜ਼ਿੰਦਗੀ ਬਾਹਰ ਜ਼ਿਆਦਾ ਬੈਟਰ ਹੈ। ਤੁਸੀਂ 2 ਸਾਲ ਸੋਹਣੀ ਸਟੱਡੀ ਕਰ ਲਓ, ਤੁਸੀਂ 6 ਮਹੀਨੇ ਜਿਹੜੀ ਆਇਲਸ ਕਰਨੀ ਹੈ ਉਹ ਚੰਗੇ ਤਰੀਕੇ ਨਾਲ ਕਰ ਲਓ। ਕਿਉਂ ਆਪਾਂ ਮਤਲਬ ਗਲਤ ਵੇ ਦੇ ਨਾਲ ਬਾਹਰ ਜਾਈਏ? ਹਾਲਾਂਕਿ ਆਇਲਸ ਦੀ ਪੜ੍ਹਾਈ ਹੈ ਜਿਹੜੀ ਫੀਸ ਉਹਨਾਂ ਦਾ 25-30 ਲੱਖ ਰੁਪਏ, ਮੈਨੂੰ ਜ਼ਿਆਦਾ ਪਤਾ ਨਹੀਂ, ਮੈਂ ਕਰੀ ਨਹੀਂ। ਤੇ ਇੱਧਰ ਮੇਰਾ ਤਾਂ 50-60 ਲੱਖ ਰੁਪਏ ਲੱਗ ਜਾਂਦਾ। ਉਹ ਮੈਂ ਕਹਿਣਾ ਚਾਹੁੰਦਾ ਸੀ ਐਮੀਬਾਜੀ ਕਿ ਯੂਕੇ ਦਾ ਜਾਂ ਅਮਰੀਕਾ ਦਾ ਜਿੱਥੇ ਵੀ ਤੁਸੀਂ ਜਾਣਾ ਚਾਹੁੰਦਾ, ਦੇयर इज अ ਰਾਈਟ ਵੇ ਐਂਡ ਦੇयर इज अ ਰੋਂਗ ਵੇ। ਔਰ ਜਿਹੜਾ ਚਲੋ ਰੋਂਗ ਵੇ ਦੇ ਵਿੱਚ ਤੁਸੀਂ ਆਪਣੀ ਜਾਨ ਤਲੀ ਦੇ ਕਰਕੇ, ਰੋਂਗ ਵੇ ਦੇ ਵਿੱਚੋਂ ਵੀ ਲੋਕ ਜਾ ਕੇ ਸਕਸੈਸਫੁਲ ਹੋ ਗਏ, ਜਿਨ੍ਹਾਂ ਦੇ ਕਰਕੇ ਲੋਕ ਇੱਧਰ ਦੀ ਜਾਂਦੇ। ਹਾਂ, ਬਟ ਉਹ ਆਲ ਦਾ ਟਾਈਮ ਨਹੀਂ ਹੁੰਦੇ ਸਕਸੈਸਫੁਲ। ਆਲ ਦਾ ਟਾਈਮ ਮਤਲਬ 100 'ਚ 2 ਬੰਦੇ ਚਲੇ ਗਏ, ਵਾਟਸ ਹਾਰਡ ਇਨ ਇਟ, ਬਾਕੀ 98 ਦੀ ਜ਼ਿੰਦਗੀਆਂ ਕਿਉਂ ਬਰਬਾਦ ਹੋਣਗੀਆਂ? ਉਹ 2 ਨੂੰ ਵੇਖ ਕੇ
ਕਈ ਲੱਖ ਬੰਦਾ ਦੁਬਾਰਾ ਫਿਰ ਜਾਊਗਾ ਜੀ ਜੀ ਤੇ ਉਹ 98 ਜਿਹੜੇ ਮਤਲਬ ਕਿੰਨਾ ਔਖਾ ਸਰਵਾਈਵ ਹੋਏ ਆ, ਜਾਂ ਕਈ ਡਿਪੋਰਟ ਹੋ ਗਏ, ਵਿੱਚੋਂ ਕਈਆਂ ਨੇ ਜਾਨਾਂ ਗਵਾਲੀਆਂ, ਕਈ ਭੈਣਾਂ ਸਾਡੀਆਂ ਨਾਲ ਰੇਪ ਹੋਏ, ਕਿੰਨੀਆਂ ਚੀਜ਼ਾਂ ਹੋਈਆਂ, ਉਹ ਨਹੀਂ ਆਪਾਂ ਵਿੰਦੇ। ਆਪਾਂ ਮਤਲਬ ਦੋ ਜਿਹੜੇ ਜਾ ਕੇ ਉੱਥੇ ਵਿੰਸਮੈਨ ਤੱਕ ਸਕਸੈਸਫੁਲ ਹੋ ਗਏ, ਆਪਾਂ ਉਹਨਾਂ ਦੇ ਮੁੱਲ ਹੀ ਵੇਨੇ ਆ ਜੀ। ਸੋ ਜਾਓ ਜੀ, ਸਦਕੇ ਜਾਓ, ਨਹੀਂ ਰੋਕਦੇ। ਮਤਲਬ ਆਬਵੀਅਸਲੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਸੁਪਨੇ ਪੂਰੇ ਕਰਨੇ ਚਾਹੀਦੇ ਨੇ, ਪਰਿਵਾਰ ਨੂੰ ਘੁਮਾਉਣਾ ਚਾਹੀਦਾ, ਬਾਹਰ ਲਿਜਾਣਾ ਚਾਹੀਦਾ, ਇਹਨੂੰ ਲੀਗਲ ਹੋਏ। ਔਰ ਜਦੋਂ ਤੁਸੀਂ ਕਿਹਾ ਐਵੇਂ ਭਾਜੀ ਕਿ ਤੁਹਾਡੇ ਮੋਢਿਆਂ ਤੇ ਰਿਸਪੌਂਸਿਬਿਲਿਟੀ ਕਾਫੀ ਤਕੜੀ ਸੀ ਕਿ ਉਹ ਜੋ ਮੈਸੇਜ ਇਸ ਫਿਲਮ ਦੇ ਵਿੱਚ ਤੁਸੀਂ ਦੇ ਰਹੇ ਹੋ, ਔਰ ਉਸ ਰਿਸਪੌਂਸਿਬਿਲਿਟੀ ਨੂੰ ਨਿਭਾਉਣ ਵਾਸਤੇ ਤੁਹਾਨੂੰ ਕਿੰਨਾ ਕੁ ਔਖਾ ਲੱਗਾ ਇਸ ਫਿਲਮ ਦੇ ਵਿੱਚ ਆਜਾ ਮੈਕਸੀਕੋ ਚਲੀ? ਭਾਜੀ ਵੈਸੇ ਮਤਲਬ ਨਿਭਾਉਣਾ ਸੱਚ ਮੈਨੂੰ ਨਹੀਂ ਸੀ ਔਖਾ ਲੱਗਿਆ, ਬਟ ਸ਼ੂਟ ਸਾਡਾ ਇੱਥੇ ਯੂਕੇ ਦੇ ਵਿੱਚ ਹੋਇਆ ਸੀਗਾ, ਬਿਕਾਜ਼ ਫॉर ਸੇਫਟੀ ਸੇਕ ਅਸੀਂ ਇੱਥੇ ਸ਼ੂਟ ਕੀਤਾ, ਕਿਉਂਕਿ ਇੱਥੇ ਜਿਹੜੇ ਜੰਗਲਸ ਨੇ ਉਹ ਵੀ ਸਿਕਿਉਰ ਨੇ, ਕਿਉਂਕਿ ਵੈਦਰ ਕਰਕੇ ਇੱਥੇ ਮਤਲਬ ਦੂਜੇ ਸੱਪ ਕੀੜੀਆਂ ਵਗੈਰਾ ਨਹੀਂ ਹੁੰਦੀਆਂ। ਜੀ ਜੀ। ਆਲਰਾਈਟ, ਸੋ ਦ ਲੋਕੇਸ਼ਨ ਮੈਕਸੀਕੋ ਦੇ ਵਿੱਚ ਨਹੀਂ, ਮੈਕਸੀਕੋ ਦੇ ਯੂਰਪ ਦੇ ਵਿੱਚ ਕੋਵਿਡ ਰੈਸਟ੍ਰਿਕਸ਼ਨਸ ਵੀ ਬਹੁਤ ਸੀਗੀਆਂ ਮੈਕਸੀਕੋ ਵਾਲੇ ਪਾਸੇ, ਨਾਲੇ ਉੱਥੋਂ ਕੰਟਰੀ ਲਈ ਆਪਾਂ ਯੂਜ਼ਡ ਟੂ ਨਹੀਂ ਹੈਗੇ ਸ਼ੂਟ ਲਈ, ਜਿੱਦਾਂ ਯੂਕੇ ਹੈ ਸ਼ੂਟਿੰਗ ਫ੍ਰੈਂਡਲੀ ਹੈ, ਕਿਉਂਕਿ ਉੱਥੇ ਸ਼ੂਟਿੰਗਸ ਹੁੰਦੀਆਂ। ਮੈਕਸੀਕੋ ਬੈਂਡਿਟ ਵੀ ਬਥੇਰੇ ਹੁੰਦੇ ਭਾਜੀ ਵੈਸਟਰਨ ਫਿਲਮਾਂ ਦੇ ਵਿੱਚ, ਮੈਕਸੀਕੋ 'ਚ ਬੈਂਡਿਟ ਦੇਖੇ ਜਾਂਦੇ, ਹੋਰ ਨਹੀਂ ਸ਼ੂਟਿੰਗ ਕਰਨ ਗਏ ਕਿਤੇ ਕੈਮਰੇ ਖੋਲ੍ਹਣ ਦੇ, ਤੁਸੀਂ ਵਿੱਚ ਉਹਦੇ ਬੈਂਡਿਟ ਦਾ ਵੀ ਜ਼ਿਕਰ ਕੀਤਾ ਫਿਲਮ ਦੇ ਵਿੱਚ। ਭਾਜੀ ਮੈਂ ਵੇਖੋ ਸਾਨੂੰ ਇੱਥੇ ਯੂਕੇ ਕੀ ਕਰਦਾ, ਯੂਕੇ ਹੈਗਾ ਸ਼ੂਟਿੰਗ ਫ੍ਰੈਂਡਲੀ, ਮਤਲਬ ਉਦੋਂ ਇੱਕ ਮਤਲਬ ਕੋਵਿਡ 'ਚ ਅਸੀਂ ਫਿਲਮ ਬਣਾਉਣੀ ਸੀ, ਕਿਉਂਕਿ ਸਬਜੈਕਟ ਕਾਫੀ ਜਣੇ ਬਣਾਉਣਾ ਚਾਹੁੰਦੇ ਸੀਗੇ ਤੇ ਅਸੀਂ ਪਹਿਲਾਂ ਕਰਨਾ ਚਾਹੁੰਦੇ ਸੀ। ਹਾਲਾਂਕਿ ਅਸੀਂ ਫੈਬਰੂਰੀ ਦੇ ਵਿੱਚ ਇੱਥੇ ਕੀਤਾ ਜਦੋਂ ਮਾਈਨਸ ਟੈਂਪਰੇਚਰ ਸੀਗਾ, ਟੀ-ਸ਼ਰਟਸ ਦੇ ਨਾਲ। ਹਾਲਾਂਕਿ ਫਿਲਮ ਜਿਹੜੀ ਬਣਦੀ ਹੈ ਸਾਡੀ ਜੂਨ ਜੁਲਾਈ ਦੇ ਵਿੱਚ, ਜਦੋਂ ਸਾਰੇ ਪਾਸੇ ਹਰਿਆਲੀ ਹੁੰਦੀ ਹੈ, ਛੋਟੇ ਜਿਹੇ ਜੰਗਲ ਦੇ ਵਿੱਚ ਸ਼ੂਟ ਕਰ ਸਕਦੇ ਸੀਗੇ, ਬਟ ਲੱਕੀਲੀ ਵੀ ਵਰ ਬਲੈਸਡ, ਸਾਨੂੰ ਲੋਕੇਸ਼ਨਸ ਵਧੀਆ ਮਿਲ ਗਈਆਂ, ਜਿਨ੍ਹਾਂ ਦਾ ਕਰਕੇ ਅਸੀਂ ਮਤਲਬ ਇਹ ਸ਼ੂਟ ਵਧੀਆ ਤਰੀਕੇ ਨਾਲ ਨਿਭਾ ਪਾਏ ਯੂਕੇ ਦੇ ਵਿੱਚ। ਜੀ ਐਵੇਂ ਭਾਜੀ ਇਸ ਫਿਲਮ ਦਾ ਪਹਿਲਾ ਨਾਂ ਇੱਕ ਹੋਰ ਸੀ ਵੀ ਮੁੜ ਕੇ ਨਹੀਂ ਆਉਣਾ, ਆਈ ਥਿੰਕ ਦੈਟ ਵਾਸ ਦ ਫਿਲਮ, ਹੁਣ ਨਹੀਂ ਮੁੜਦੇ ਯਾਰ। ਤੇ ਉਸ ਤੋਂ ਬਾਅਦ ਤੁਸੀਂ ਨਹੀਂ, ਜਿਨ੍ਹਾਂ ਨੇ ਵੀ ਫਿਲਮ ਜਾਣ ਕੇ ਜਿਹੜੇ ਵੀ ਬਿਹਾਈਂਡ ਦ ਸੀਨਸ ਆਫ, ਯੂ ਆਰ ਵਨ ਆਫ ਦ ਮੇਨ ਪ੍ਰੋਡਿਊਸਰਸ ਆਫ ਫਿਲਮ, ਸੋ ਵਾਈ ਡਿਡ ਯੂ ਚੇਂਜ ਦ ਨੇਮ ਕਿ ਆਜਾ ਮੈਕਸੀਕੋ ਚਲੀਏ? ਇਜ਼ ਦੈਟ ਬਿਕਾਜ਼ ਆਫ the song behind it or ਨਹੀਂ it's nothing like that। ਪਹਿਲਾਂ ਭਾਜੀ ਅਸੀਂ ਫਿਲਮ ਬਣਾਈ, ਮਤਲਬ ਨਾਮ ਜਦੋਂ ਸ਼ੂਟ ਕੀਤੀ ਸੀ ਤਾਂ ਇਦਾਂ ਹੀ ਸੀਗਾ ਵੀ ਆਜਾ ਮੈਕਸੀਕੋ ਚਲੀਏ, ਬਟ ਮੈਟਰ ਨਹੀਂ ਕਰਦਾ ਕੋਈ ਵੀ ਨਾਮ ਹੋਵੇ ਫਿਲਮ ਦਾ। ਬਟ ਉਹ ਜਿਨ੍ਹਾਂ ਨੇ ਰਜਿਸਟਰਡ ਕਰਵਾਇਆ ਹੋਇਆ ਸੀਗਾ ਉਹਨਾਂ ਨੇ ਆਈ ਥਿੰਕ ਸੋ ਫਿਲਮ ਕੋਈ ਬਣਾਉਣੀ ਸੀ ਇਸ ਨਾਮ ਤੇ, ਜਾਂ ਆਲਰੇਡੀ ਕੋਈ ਬਣਾਈ ਹੋਈ ਸੀਗੀ, ਸੋ ਉਹਨਾਂ ਨੇ ਰਜਿਸਟਰਡ ਕਰਵਾਇਆ ਸੀ। ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ, ਬਟ ਦੇ ਲਾਈਕ ਵੀ ਸਾਨੂੰ ਚਾਹੀਦਾ ਸੀ, ਨਹੀਂ ਦੇ ਸਕਦੇ। ਦੈਨ ਵੀ ਡਿਸਾਈਡਡ ਵੀ ਅਸੀਂ ਆਹ ਫਿਲਮ ਬਣਾ ਦੇ, ਇੱਕ ਤਾਂ ਨਾਮ ਕੈਚੀ ਆਜਾ ਮੈਕਸੀਕੋ ਚਲੀਏ, ਤੇ ਇੱਕ ਅਸੀਂ ਕਰਨ ਵੀਰੇ ਨਾਲ ਗੱਲ ਕਰ ਲਈ, ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਰੱਖ ਲਓ, ਇਸ ਦਾ ਗਾਣਾ ਕਰਨਾ ਸੀ ਕਰ ਲਿਆ, ਤੇ ਆਪਾਂ ਹੁਣ ਵੀ ਤੁਸੀਂ ਫਿਲਮ ਦਾ ਰੱਖਣਾ ਨਾਮ ਰੱਖ ਲਓ। ਸੋ ਸਾਡੀ ਫਿਲਮ ਨਾਲ ਵੀ ਜਾਂਦਾ ਸੀਗਾ, ਦੈਟਸ ਵਾਈ ਵੀ ਯੂਜ਼ ਦਿਸ। ਜੀ ਵੈਰੀ ਗੁੱਡ। ਐਂਡ ਹੋਰ ਐਮੀ ਭਾਜੀ ਤੁਹਾਡੇ ਕਿਹੜੇ ਪ੍ਰੋਜੈਕਟਸ ਸਾਡੇ ਵਾਸਤੇ ਆ ਰਹੇ ਨੇ ਔਰ ਇਸ ਤੋਂ ਬਾਅਦ ਕਿਉਂਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਤੁਹਾਡੇ ਪੈਰ ਰੱਖ ਰਹੇ ਹੋ, ਉੱਧਰ ਵੀ ਹੈਗੀਆਂ ਭਾਜੀ ਇੱਕ ਦੋ ਫਿਲਮਾਂ ਜਿਹੜੀਆਂ ਅੱਗੇ ਮਤਲਬ ਸ਼ੂਟਿੰਗ ਸ਼ੁਰੂ ਹੋਣੀਆਂ ਮੋਸਟ ਪ੍ਰੋਬਬਲੀ ਨੈਕਸਟ ਮੰਥ, ਤੇ ਪੰਜਾਬੀ ਫਿਲਮਾਂ ਭਾਜੀ 2-3 ਸ਼ੂਟ ਹੋਈਆਂ ਆਲਰੇਡੀ, ਜਿੱਦਾਂ ਸ਼ੇਰ ਪੱਗਾ, ਸੌਂਕਣੇ, ਬਾਜਰੇ ਦਾ ਸਿੱਟਾ, ਤੇ ਇੱਕ ਚਾਚਾ ਭਤੀਜਾ ਗੂਗਲ ਭਾਜੀ ਨਾਲ ਕਾਮੇਡੀ ਫਿਲਮ ਕਰੀ ਹੈ। ਸੋ ਹੈਗੀਆਂ ਪੰਜਾਬੀ ਫਿਲਮਾਂ ਲਾਈਨਾਂ, ਮੋਸਟ ਪ੍ਰੋਬਬਲੀ 1 ਸਾਲ ਦਾ ਸਟਾਕ ਹਜੇ ਹੈਗਾ। ਆਈ ਥਿੰਕ ਮੇਬੀ ਸਾਨੂੰ ਪੰਜਾਬੀਆਂ ਨੇ ਥੋੜਾ ਜਿਹਾ ਫਿਕਰ ਪਿਆ ਹੋਊਗਾ ਵੀ ਸਾਡਾ ਸਰਦਾਰ ਨੌਜਵਾਨ ਮੁੰਡਾ ਐਮੀ ਵਿਰਕ ਥੋੜਾ ਜਿਹਾ ਬਾਲੀਵੁੱਡ ਵੱਲ ਨੂੰ ਜਾ ਰਹੇ ਨੇ, ਵੀ ਸ਼ਾਇਦ ਪਿਚ ਕਰਕੇ ਜਿਹੜੇ ਪਹਿਲੀਆਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਚਲੇ ਗਏ ਉਹ ਵਾਪਸ ਮੁੜ ਕੇ ਨਹੀਂ ਦੇਖਦੇ, ਵੀ ਪੰਜਾਬੀ ਵੀ ਸਿਨੇਮਾ ਹੈਗਾ, ਪੰਜਾਬੀਅਤ ਵੀ ਹੈਗੀ, ਪੰਜਾਬੀ ਲੋਕ ਵੀ ਹੈਗੇ, ਸੋ ਸਾਨੂੰ ਥੋੜੀ ਰੀਅਸ਼ੋਰੈਂਸ ਦੇ ਦਿਓ ਕਿ ਤੁਸੀਂ ਪ੍ਰੋਬਲਮ ਭਾਜੀ ਸਭ ਤੋਂ ਲੱਗ ਕੇ ਪੈਰਾਂ ਤੱਕ ਪੰਜਾਬੀ ਹੋ 101% ਭਾਜੀ। ਤੇ ਬੇਸਿਕਲੀ ਜਦੋਂ ਉੱਥੇ ਹਿੰਦੀ ਫਿਲਮਾਂ 'ਚ ਵੀ ਜਾ ਕੰਮ ਕਰਦੇ ਆ, ਉੱਥੇ ਵੀ ਤੇ ਇਕੱਠੀ ਜਿਹੀ ਕਰਕੇ ਬੋਲੀ ਦੀ ਹੈ ਨਾ ਹਿੰਦੀ ਵਿੱਚ, ਉਹਦੇ ਪੰਜਾਬੀ ਵੀ ਹੁੰਦੀ ਹੈ। ਜੀ ਜੀ। ਹੁਣ ਪੱਗ ਵਾਲਾ ਬੰਦਾ ਤਾਂ ਆਬਵੀਅਸਲੀ ਸਾਰਿਆਂ ਨੂੰ ਪਤਾ ਹੈ ਵੀ ਜਿਵੇਂ ਭੱਲਾ ਸਾਹਿਬ ਕਹਿੰਦੇ ਪੱਗ ਵਾਲਾ ਔਰ ਪੰਜਾਬ ਤੋਂ ਹੀ ਆਉਂਦਾ, ਹੋਰ ਕਿਹੜਾ ਚਾਈਨਾ ਤੋਂ ਆਉਂਦਾ, ਉਹਦਾ ਪੱਗ ਵਾਲਾ ਬੰਦਾ ਪਤਾ ਲੱਗਦਾ ਹੀ ਹੈ ਵੀ ਪੰਜਾਬੀ ਹੈ। ਸੋ 101% ਨਾ ਪੰਜਾਬੀਅਤ ਵੀ ਸਾਡੇ ਚੋਂ ਕੱਢ ਸਕਦਾ ਤੇ ਨਾ ਪੰਜਾਬ ਨੂੰ ਸਾਰੀ ਉਮਰ ਰਹਿੰਦੇ ਦੁਨੀਆ ਤੱਕ ਤੇ ਅਖੀਰਲੇ ਸਾਸਾਂ ਤੱਕ। That's a brilliant message to end it on. Emmy Baji, thank you very much. Best of luck with your film and your upcoming project. So it's a pleasure. And make sure you go and watch Aja Mexico Chaliye.